ਕਿਸ਼ਤ 141ਵੀਂ। ਇਨ੍ਹਾਂ ਦਿਨਾਂ ਵਿੱਚ ਹੀ ਮੈਨੂੰ ਫਿਰ SSP ਦਫ਼ਤਰ ਵੱਲੋਂ ਸੱਦਾ ਆ ਗਿਆ ਸੀ। ਇਹ ਸੱਦਾ ਮੇਰੇ ਵੱਲੋਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਪਾਈ ਗਈ ਇੱਕ ਸ਼ਿਕਾਇਤ ਦੀ ਪੜਤਾਲ ਵਿੱਚ ਸ਼ਾਮਲ ਹੋਣ ਵਾਸਤੇ ਆਇਆ ਸੀ। ਇਸ ਕਾਰਨ ਸਾਡਾ ਸਾਰਾ ਟੱਬਰ ਬੜਾ ਖੁਸ਼ ਸੀ, ਕਿਉਂਕਿ ਇਸ ਪੜਤਾਲ ਦੀ ਸੂਚਨਾ ਬੜੀ ਦੇਰ ਬਾਅਦ ਸਾਡੇ ਕੋਲ ਪਹੁੰਚੀ ਸੀ। ਸਾਡੀਆਂ ਸਭ ਦੀਆਂ ਟੇਕਾਂ ਇਸ ਕਮਿਸ਼ਨ 'ਤੇ ਹੀ ਸਨ ਕਿ ਇਹ ਹੀ ਸਾਨੂੰ ਇਨਸਾਫ ਦਿਵਾ ਸਕਦਾ ਹੈ। ਇੱਕ ਵਾਰ ਵਕੀਲ ਨਾਲ ਗੱਲ ਕਰਦਿਆਂ ਉਸ ਨੇ ਵੀ ਪੁੱਛਿਆ ਸੀ ਕਿ ਕੀ ਤੁਸੀਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਕਰ ਦਿੱਤੀ ਹੈ, ਤੇ ਮੇਰਾ ਹਾਂ ਵਿੱਚ ਜਵਾਬ ਸੁਣਨ ਤੋਂ ਬਾਅਦ ਉਸ ਨੇ ਸੁੱਖ ਦਾ ਸਾਹ ਲਿਆ ਸੀ। ਉਸ ਦੇ ਚਿਹਰੇ 'ਤੇ ਪੜ੍ਹੇ ਹੋਏ ਭਾਵ ਨੂੰ ਯਾਦ ਕਰਦਿਆਂ ਮੈਨੂੰ ਲੱਗਣ ਲੱਗਾ ਕਿ ਊਠ ਹੁਣ ਪਹਾੜ ਦੇ ਥੱਲੇ ਆਉਣ ਹੀ ਵਾਲਾ ਹੈ। ਇਸ ਲਈ ਮੈਂ ਬੜਾ ਹੀ ਉਤਸ਼ਾਹਿਤ ਅਤੇ ਉਤੇਜਿਤ ਵੀ ਸਾਂ। ਅਸੀਂ ਮਿੱਥੇ ਦਿਨ ਸਿਰਫ ਸੰਬੰਧਿਤ ਬੰਦਿਆਂ ਨੂੰ ਹੀ ਆਉਣ ਲਈ ਆਖਿਆ। ਸਾਰੇ ਠੀਕ ਸਮੇਂ 'ਤੇ ਪੁੱਜ ਗਏ। ਜਦ ਮੈਂ ਦਫ਼ਤਰ ਵਿੱਚ ਜਾ ਕੇ ਹਾਜ਼ਰੀ ਲਾਉਣ ਲੱਗਾ ਤਾਂ ਹਾਜ਼ਰੀ ਵਾਲੇ ਕਾਗਜ਼ ਉੱਤੇ ਗੁਰਨੇਕ ਸਿੰਘ ਵਿਦੇਸ਼ ਚਲਾ ਗਿਆ ਹੈ ਵਾਲੀ ਸਤਰ ਪੜ੍ਹ ਕੇ ਮੇਰੇ ਹੱਥਾਂ ਦੇ ਤੋਤੇ ਉੱਡ ਗਏ। ਮੈਨੂੰ ਲੱਗਾ ਕਿ ਮੈਨੂੰ ਵਕਤ ਵਿੱਚ ਪਾ ਕੇ ਉਹ ਆਪ ਬਾਹਰ ਉਡਾਰੀ ਮਾਰ ਗਿਆ ਹੈ। ਇੱਕ ਗੱਲ ਤਾਂ ਪੱਕੀ ਸੀ ਕਿ ਉਹ ਪੁਲਿਸ ਦੀ ਮਿਲੀ ਭੁਗਤ ਨਾਲ ਹੀ ਬਾਹਰ ਗਿਆ ਸੀ, ਤੇ ਦੂਜਾ ਕਿ ਕੇਸ ਸਟੇ ਹੋਣ ਕਾਰਨ ਹੁਣ ਹਰ ਵਾਰ ਮੈਨੂੰ ਇਕੱਲੇ ਨੂੰ ਹੀ ਪੇਸ਼ੀਆਂ ਭੁਗਤਣੀਆਂ ਪੈਣੀਆਂ ਸਨ। ਸ਼ਾਇਦ ਉਸ ਦੇ ਬਾਹਰ ਹੋਣ ਦਾ ਬਹਾਨਾ ਬਣਾ ਕੇ ਵਕੀਲ ਹੋਰ ਵੀ ਵੱਧ ਤਰੀਕਾਂ ਲਵੇਗਾ ਤੇ ਮੇਰੀ ਖੱਜਲ ਖੁਆਰੀ ਹੋਰ ਲੰਬੇ ਸਮੇਂ ਲਈ ਹੁੰਦੀ ਰਹੇਗੀ। ਜਿਸ ਤਰ੍ਹਾਂ ਕਿ ਹਰ ਵਾਰ ਹੁੰਦਾ ਸੀ, ਕਿਸੇ ਪੁਲਿਸ ਵਾਲੇ ਵਿਰੁੱਧ ਸ਼ਿਕਾਇਤ ਕਰਨ ਵਾਲੀ ਧਿਰ ਦੀ ਵਾਰੀ ਸਭ ਤੋਂ ਅਖੀਰ 'ਤੇ ਹੀ ਆਉਂਦੀ ਹੁੰਦੀ ਹੈ, ਉਸੇ ਤਰ੍ਹਾਂ 4:45 ਵਜੇ ਸਾਨੂੰ ਆਵਾਜ਼ ਪੈ ਗਈ। ਜਦ ਅਸੀਂ ਕਈ ਜਣੇ SP ਦੇ ਕਮਰੇ ਅੰਦਰ ਵੜੇ ਤਾਂ ਉਹ ਸਾਡੀ ਫਾਈਲ ਵੇਖ ਰਿਹਾ ਸੀ ਤੇ ਕਾਗਜ਼ਾਂ ਉੱਪਰੋਂ ਆਪਣੀ ਨਿਗਾਹ ਉਠਾਉਂਦਾ ਹੋਇਆ ਬੋਲਿਆ, ਆਓ ਆਓ ਕ੍ਰਿਸ਼ਨ ਭਗਵਾਨ ਜੀ, ਤੁਹਾਡਾ ਹੀ ਇੰਤਜ਼ਾਰ ਕਰ ਰਿਹਾ ਸੀ। ਹੁਣ ਤੁਸੀਂ ਮਨੁੱਖੀ ਅਧਿਕਾਰ ਕਮਿਸ਼ਨ ਵੱਲ ਨੂੰ ਭੱਜ ਨਿਕਲੇ। ਮੈਂ ਕ੍ਰਿਸ਼ਨ ਭਗਵਾਨ ਨਹੀਂ ਜੀ, ਕ੍ਰਿਸ਼ਨ ਪ੍ਰਤਾਪ ਹਾਂ। ਜਦ ਤੱਕ ਇਨਸਾਫ ਨਹੀਂ ਮਿਲਦਾ ਤਾਂ ਅਸੀਂ ਹਰ ਦਰਵਾਜ਼ਾ ਖੜਕਾਉਣਾ ਹੀ ਖੜਕਾਉਣਾ ਹੈ। ਨਾਲੇ ਜੇ ਮੈਂ ਭਗਵਾਨ ਹੁੰਦਾ ਤਾਂ ਇੱਥੇ ਆਉਣ 'ਤੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਰਜ਼ੀਆਂ ਦੇਣ ਦੀ ਵੀ ਕੀ ਲੋੜ ਸੀ। ਮਸਲਾ ਉਂਝ ਹੀ ਨਹੀਂ ਸੀ ਉਪਜਣਾ। ਮੇਰੇ ਦ੍ਰਿੜਤਾ ਨਾਲ ਆਖਣ 'ਤੇ ਉਹ ਥੋੜ੍ਹਾ ਜਿਹਾ ਝਿਪ ਗਿਆ ਸੀ। ਤੈਨੂੰ ਆਖਿਆ ਤਾਂ ਸੀ ਕਿ ਸਮਝੌਤਾ ਕਰ ਲੈ, ਇਹੀ ਤਾਂ ਇਨਸਾਫ ਹੈ। ਤੂੰ ਐਵੇਂ ਦਰ ਦਰ ਭਟਕਦਾ ਫਿਰਦਾ ਹੈ। ਫਿਰ ਉਹ ਹੰਕਾਰ ਨਾਲ ਬੋਲਿਆ ਸੀ। ਦਰਸ਼ਨ ਸਿੰਘ ਤੂਰ ਅੰਕਲ ਨੇ ਉਸ ਨੂੰ ਕਰਾਰਾ ਜਿਹਾ ਜਵਾਬ ਦਿੱਤਾ, ਇਹੋ ਜਿਹੇ ਅਨਿਆਂ ਭਰੇ ਸਮਝੌਤੇ ਤਾਂ ਅਸੀਂ ਉਸ ਵੇਲੇ ਨਹੀਂ ਕੀਤੇ ਜਦ AK-47 ਤੋਂ ਡਰ ਕੇ ਤੁਹਾਡੀਆਂ ਖਾਕੀ ਵਰਦੀਆਂ ਵਾਲੇ ਪੂਛ ਚੱਡਿਆਂ ਵਿੱਚ ਦੇ ਕੇ ਭੱਜ ਜਾਂਦੇ ਸੀ। ਹੁਣ ਅਸੀਂ ਅਜਿਹੇ ਸਮਝੌਤੇ ਕਿਵੇਂ ਕਰ ਸਕਦੇ ਹਾਂ? ਸਾਨੂੰ ਲੱਗਾ ਕਿ ਉਹ ਇਸ ਜਵਾਬ ਨਾਲ ਕਾਫੀ ਖਿਝ ਗਿਆ ਸੀ ਤੇ ਬੋਲਿਆ, ਬਾਲੀਆਂ ਗੱਲਾਂ ਨਾ ਕਰੋ, ਆਪਣਾ ਮਸਲਾ ਦੱਸੋ ਤੇ ਤੁਰਦੇ ਬਣੋ। ਉਹ ਬੜੇ ਰੋਹਬ ਨਾਲ ਬੋਲਿਆ ਕਿ ਜਿਵੇਂ ਸਾਨੂੰ ਸਭ ਨੂੰ ਉਸ ਵੇਲੇ ਹੀ ਦਫ਼ਤਰ ਤੋਂ ਬਾਹਰ ਕੱਢ ਦੇਣਾ ਚਾਹੁੰਦਾ ਹੋਵੇ। ਸ਼ਾਇਦ ਉਸ ਨੂੰ ਖਾਕੀ ਵਰਦੀਆਂ ਵਾਲੀ ਗੱਲ ਵਧੇਰੇ ਹੀ ਚੁੱਭ ਗਈ ਸੀ। ਕਿਸ਼ਤ 142ਵੀਂ। ਮੈਂ ਸ਼ੁਰੂ ਤੋਂ ਲੈ ਕੇ ਅੰਤ ਤੱਕ ਸਾਰੀ ਰਾਮ ਕਹਾਣੀ ਫਿਰ ਸੁਣਾਉਣ ਲੱਗ ਪਿਆ। ਉਹ ਵਾਰ-ਵਾਰ ਆਪਣੀ ਪੱਗ ਚੁੱਕ ਕੇ ਆਪਣੇ ਸੱਜੇ ਹੱਥ ਦੀ ਪਹਿਲੀ ਉਂਗਲ ਆਪਣੇ ਕੰਨ ਦੇ ਧੁਰ ਅੰਦਰ ਤੱਕ ਲੈ ਜਾਂਦਾ ਤੇ ਜ਼ੋਰ-ਜ਼ੋਰ ਦੀ ਹਿਲਾਉਣ ਲੱਗ ਜਾਂਦਾ ਸੀ। ਕਈ ਵਾਰ ਜਾਣ ਬੁੱਝ ਕੇ ਆਖ ਦਿੰਦਾ, ਦੁਬਾਰਾ ਦੱਸੀ, ਫਿਰ ਕੀ ਹੋਇਆ? ਸਾਰੇ ਜਣੇ ਉਸ ਦੀ ਸਰੀਰਕ ਭਾਸ਼ਾ ਸਮਝ ਚੁੱਕੇ ਸਨ, ਪਰ ਕਰ ਕੁਝ ਵੀ ਨਹੀਂ ਸਨ ਸਕਦੇ, ਕਿਉਂਕਿ ਉਹ ਮੌਕੇ ਦਾ ਪੁਲਿਸ ਅਧਿਕਾਰੀ ਸੀ ਤੇ ਉਸ ਦਾ ਝੁਕਾਅ ਵੀ ਪੂਰੀ ਤਰ੍ਹਾਂ ਸਾਡੀ ਵਿਰੋਧੀ ਧਿਰ ਦੇ ਵੱਲ ਸੀ। ਮੈਂ ਆਪਣੀ ਪੂਰੀ ਰਾਮ ਕਹਾਣੀ ਸੁਣਾ ਕੇ
ਜਿਸ ਦਾ ਕਿ ਉਸ ਨੂੰ ਪਹਿਲਾਂ ਵੀ ਸਾਰਾ ਇਲਮ ਸੀ। ਸੰਬੰਧਿਤ ਬੰਦਿਆਂ ਦੇ ਖਿਲਾਫ ਕੇਸ ਦਰਜ ਕਰਨ ਨੂੰ ਆਖ ਦਿੱਤਾ। ਅੰਤ ਅੱਕ ਕੇ ਉਹ ਬੋਲ ਪਿਆ, ਜੇ ਇੰਜ ਮੱਕੜੀਆਂ ਦੇ ਬੁਣੇ ਹੋਏ ਜਾਲ ਵਿੱਚ ਸ਼ੇਰ ਫਸਣ ਲੱਗ ਜਾਣ ਤਾਂ ਅਸੀਂ ਕਰ ਲਿਆ ਇਸ ਜੰਗਲ 'ਤੇ ਰਾਜ। ਸਬੂਤ ਲਿਆ, ਸਬੂਤ। ਉਹ ਇੰਨੇ ਹੰਕਾਰ ਨਾਲ ਉੱਚੀ ਆਵਾਜ਼ ਵਿੱਚ ਬੋਲਿਆ ਕਿ ਮੈਨੂੰ ਜਾਪਣ ਲੱਗਾ ਕਿ ਉਹ ਮੇਰੇ ਸੱਚ ਦੀ ਆਵਾਜ਼ ਨੂੰ ਇਸ ਤਰ੍ਹਾਂ ਦਬਕੇ ਮਾਰ ਕੇ ਪੂਰੀ ਤਰ੍ਹਾਂ ਦਬਾਉਣ ਦਾ ਯਤਨ ਕਰਨ ਲੱਗਾ ਹੋਇਆ ਹੈ। ਕ੍ਰਾਂਤੀਕਾਰੀ ਕਿਸਾਨ ਜਥੇਬੰਦੀ ਵਾਲਾ ਸ਼ਿੰਦਰ ਸਿੰਘ SP ਨੂੰ ਸਿੱਧਾ ਹੀ ਪੈ ਨਿਕਲਿਆ। ਤੁਹਾਡਾ ਜੰਗਲ ਰਾਜ ਤੁਹਾਨੂੰ ਮੁਬਾਰਕ। ਕੀ ਹੋਇਆ, ਜੰਗਲ ਰਾਜ ਕਾਇਮ ਕਰ ਲਿਆ ਤੁਸੀਂ ਤੇ ਤੁਸੀਂ ਉਸ ਦੇ ਰਾਜੇ ਬਣ ਗਏ ਹੋ? ਇਸ ਦਾ ਇਹ ਮਤਲਬ ਤਾਂ ਨਹੀਂ ਨਿਕਲਦਾ ਕਿ ਤੁਸੀਂ ਕਿਸੇ ਦੀ ਗੱਲ ਹੀ ਨਾ ਸੁਣੋ? ਤੁਸੀਂ ਸਾਨੂੰ ਕੀੜੇ ਮਕੌੜੇ ਹੀ ਸਮਝ ਰੱਖਿਆ। ਤਨਖਾਹਾਂ ਤਾਂ ਸਾਡੇ ਦਿੱਤੇ ਟੈਕਸਾਂ ਵਿੱਚੋਂ ਹੀ ਲੈਂਦੇ ਹੋ, ਵੱਡਿਓ ਸ਼ੇਰੋ। ਉਸ ਦੀ ਜੋਸ਼ੀਲੀ ਆਵਾਜ਼ ਨੇ ਸਾਰਾ ਦਫ਼ਤਰ ਗੁੰਜਾ ਦਿੱਤਾ ਸੀ। ਸ਼ਿੰਦਰ ਸਿੰਘ ਵੱਲੋਂ ਗਰਜਵੇਂ ਬੋਲਾਂ ਦੀ ਇੰਨੀ ਕਰਾਰੀ ਚਪੇੜ ਆਪਣੇ ਮੂੰਹ 'ਤੇ ਵੱਜੀ ਵੇਖ ਕੇ ਇੱਕ ਵਾਰ ਤਾਂ SP ਦੀ ਭੂਤਨੀ ਭੁੱਲ ਗਈ, ਪਰ ਕੁਝ ਪਲਾਂ ਵਿੱਚ ਹੀ ਉਸ ਨੇ ਆਪਣੀ ਸਾਰੀ ਤਾਕਤ ਇਕੱਠੀ ਕਰ ਲਈ ਤੇ ਉੱਚੀ ਉੱਚੀ ਬੋਲਣ ਲੱਗ ਪਿਆ। ਜਦ ਇਸ ਮਸਲੇ ਵਿੱਚ ਕੇਸ ਨੂੰ ਅਦਾਲਤ ਨੇ ਸਟੇ ਕਰ ਦਿੱਤਾ ਹੈ ਤਾਂ ਅਸੀਂ ਕੀ ਕਰ ਸਕਦੇ ਹਾਂ? ਸਟੇ ਮਿਲਣਾ ਤੇ ਕਿਸੇ ਦੇ ਚੱਲਦੇ ਕੰਮ ਨੂੰ ਧੱਕੇ ਨਾਲ ਰੋਕਣਾ ਦੋਵੇਂ ਵੱਖੋ ਵੱਖਰੀਆਂ ਗੱਲਾਂ ਨੇ। ਤੁਹਾਡੇ ਜਿਨ੍ਹਾਂ ਕਰਮਚਾਰੀਆਂ ਨੇ ਨਜਾਇਜ਼ ਤੌਰ 'ਤੇ ਇਹ ਕੰਮ ਰੁਕਵਾਇਆ ਸੀ ਉਹਨਾਂ 'ਤੇ ਉਹ ਧਾਰਾ ਲਾਓ ਤੇ ਜਿਨ੍ਹਾਂ ਨੇ ਢਾਹ ਢਵਾਈ ਕੀਤੀ ਸੀ ਉਹਨਾਂ ਉੱਤੇ ਕੇਸ ਦਰਜ ਕਰੋ, ਗੱਲ ਖਤਮ। ਬਿਜਲੀ ਬੋਰਡ ਵਾਲੇ ਹੀਰਾ ਸਿੰਘ ਦੀ ਹੁਕਮੀਆ ਅੰਦਾਜ਼ ਵਿੱਚ ਆਖੀ ਗਈ ਗੱਲ ਨੇ SP ਨੂੰ ਕਾਫੀ ਕਰਾਰਾ ਝਟਕਾ ਦੇ ਦਿੱਤਾ ਸੀ। SP ਸ਼ਾਇਦ ਇਸ ਗੱਲ ਤੋਂ ਖਿਝ ਗਿਆ ਸੀ ਕਿ ਕੋਈ ਉਸ ਦੇ ਦਫ਼ਤਰ ਵਿੱਚ ਆ ਕੇ ਉਸ ਨੂੰ ਧੱਕੇ ਨਾਲ ਉਸ ਦੇ ਹੀ ਕਰਮਚਾਰੀਆਂ 'ਤੇ ਕੇਸ ਦਰਜ ਕਰਨ ਲਈ ਆਖੇ। ਕਿਸ਼ਤ 143ਵੀਂ। ਸਾਡੀਆਂ ਦਲੀਲਾਂ ਦਾ ਉਸ ਕੋਲ ਕੋਈ ਵੀ ਕਾਟਵਾਂ ਉੱਤਰ ਨਾ ਹੋਣ ਕਰਕੇ ਉਸ ਨੇ ਸਾਨੂੰ ਪਹਿਲਾਂ ਦੀ ਤਰ੍ਹਾਂ ਬਾਹਰ ਜਾਣ ਦਾ ਇਸ਼ਾਰਾ ਕੀਤਾ ਅਤੇ ਰੀਡਰ ਕੋਲ ਜਾ ਕੇ ਆਪਣੇ ਬਿਆਨ ਲਿਖਵਾਉਣ ਬਾਰੇ ਆਖ ਦਿੱਤਾ। ਬਾਹਰ ਨੂੰ ਤੁਰਨ ਤੋਂ ਪਹਿਲਾਂ ਮੇਰਾ ਚਚੇਰਾ ਭਰਾ ਗੁਰਪਿੰਦਰ SP ਵੱਲ ਸਿੱਧਾ ਝਾਕਦਾ ਹੋਇਆ ਬੋਲਿਆ, ਇਹ ਤਾਂ ਉਹੀ ਗੱਲ ਹੋਈ, ਚਾਚਾ ਚੋਰ ਭਤੀਜਾ ਕਾਜੀ। ਜੇ ਢੁਕਵਾਂ ਇਨਸਾਫ ਹੀ ਨਹੀਂ ਕਰਨਾ ਤਾਂ ਇੱਥੇ ਬੈਠੇ ਕੀ ਕਰਦੇ ਹੋ? SP ਔਖਾ ਹੋ ਕੇ ਬੋਲਿਆ, ਜਾਓ ਜਾਓ ਬਿਆਨ ਲਿਖਵਾਓ, ਇੱਥੇ ਬਹੁਤੀਆਂ ਗੱਲਾਂ ਕਰਨ ਦੀ ਲੋੜ ਨਹੀਂ। ਅਸੀਂ ਰੀਡਰ ਕੋਲ ਆ ਕੇ ਆਪਣੇ ਰਟੇ ਰਟਾਏ ਬਿਆਨ ਦਰਜ ਕਰਵਾ ਦਿੱਤੇ। ਇਹਨਾਂ ਬਿਆਨਾਂ ਵਿੱਚ ਬਸ ਇੰਨੀ ਕੁ ਸੋਧ ਹੀ ਕੀਤੀ ਗਈ ਸੀ ਕਿ ਮਲਕੀਤ ਸਿੰਘ ਦੁਆਰਾ ਆਪਣੇ ਘਰ ਵਿੱਚ ਨਜਾਇਜ਼ ਤੌਰ 'ਤੇ ਪ੍ਰਵਾਸੀ ਮਜ਼ਦੂਰ ਰੱਖੇ ਹੋਏ ਹਨ, ਜਿਨ੍ਹਾਂ ਦੀ ਉਸ ਵੱਲੋਂ ਪੁਲਿਸ ਵਿਭਾਗ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੋਈ ਹੈ। ਇਸ ਲਈ ਉਹ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਪਹੁੰਚਾ ਸਕਦੇ ਹਨ। ਤੇ ਨਾਲ ਦੀ ਨਾਲ ਇਹ ਵੀ ਕਿ ਮਲਕੀਤ ਸਿੰਘ ਵੱਲੋਂ ਉਸੇ ਮਕਾਨ ਵਿੱਚ ਹੀ ਸਰਕਾਰੀ ਪੁਲਿਸ ਬੱਸ ਨੂੰ ਨਜਾਇਜ਼ ਤੌਰ 'ਤੇ ਲਿਆ ਕੇ ਖੜ੍ਹਾ ਕੀਤਾ ਜਾਂਦਾ ਹੈ। ਸਾਡਾ ਸਾਰਾ ਪਰਿਵਾਰ ਸਾਡੇ ਆਉਣ ਦਾ ਇੰਤਜ਼ਾਰ ਕਰੀ ਜਾ ਰਿਹਾ ਸੀ ਤੇ ਅੰਦਰ ਵੜਦਿਆਂ ਹੀ ਮੇਰੀ ਬੇਟੀ ਅਸੀਸ ਮੇਰੀਆਂ ਲੱਤਾਂ ਨੂੰ ਚੁੰਬੜ ਗਈ। ਉਸ ਨੇ ਮੈਨੂੰ ਬੜੇ ਹੀ ਪਿਆਰ ਨਾਲ ਆਖਿਆ, ਪਾਪਾ ਪਾਪਾ ਮੈਂ ਸਾਰੀ ਜਮਾਤ ਵਿੱਚੋਂ ਓਵਰਆਲ ਟੌਪ ਆਈ ਹਾਂ। ਇਹ ਖੁਸ਼ਖਬਰੀ ਸੁਣ ਕੇ ਮੈਂ ਆਪਣਾ ਦਿਨ ਭਰ ਦਾ ਅਕੇਵਾਂ ਤੇ ਥਕੇਵਾਂ ਭੁੱਲ ਗਿਆ ਸਾਂ ਤੇ ਉਸ ਨੂੰ ਗੋਦੀ ਵਿੱਚ ਚੁੱਕ ਕੇ ਕਈ ਵਾਰ ਚੁੰਮਿਆਂ ਤੇ ਲਾਡ ਲਡਾਉਣ ਲੱਗ ਪਿਆ ਸਾਂ। ਪਾਪਾ ਮੈਂ ਪੜ੍ਹ ਕੇ ਨਾ ਵੱਡੀ ਪੁਲਿਸ ਅਫਸਰ ਬਣਾਂਗੀ ਤੇ ਜਿਹੜੇ ਪੁਲਿਸ ਵਾਲੇ ਤੁਹਾਨੂੰ ਤੰਗ ਕਰੀ ਜਾਂਦੇ ਆ ਨਾ ਉਹਨਾਂ ਤੋਂ ਬਦਲਾ ਲਵਾਂਗੀ। ਅਸੀਸ ਨੇ ਬੜੀ ਦ੍ਰਿੜਤਾ ਅਤੇ ਸਵੈ ਵਿਸ਼ਵਾਸ ਨਾਲ ਮੈਨੂੰ ਆਖਿਆ। ਉਸ ਦੇ ਬੋਲਾਂ ਵਿੱਚੋਂ ਮੈਨੂੰ TV 'ਤੇ ਚੱਲਦੇ ਕਿਸੇ ਲੜੀਵਾਰ ਨਾਟਕ ਵਿੱਚ ਕਿਸੇ ਪਾਤਰ ਦੁਆਰਾ ਆਖੇ ਹੋਏ ਬੋਲ ਯਾਦ ਆਏ, ਪਰ ਮੈਂ ਸਹਿਜ ਸੁਭਾਅ ਹੀ ਬੋਲ ਪਿਆ ਸਾਂ, ਨਹੀਂ ਬੇਟੇ ਆਪਾਂ ਨਹੀਂ ਪੁਲਿਸ ਮਹਿਕਮੇ ਵਿੱਚ ਜਾਣਾ, ਇਹ ਬੜਾ ਹੀ ਗੰਦਾ ਮਹਿਕਮਾ। ਕੋਈ ਨਹੀਂ ਪੁੱਤ ਤੂੰ ਪੜ੍ਹੀ ਚੱਲ, ਤੈਨੂੰ ਕਿਸੇ
ਹੋਰ ਮਹਿਕਮੇ ਵਿੱਚ ਵੱਡਾ ਅਫਸਰ ਬਣਾਵਾਂਗੇ। ਨਹੀਂ ਪਾਪਾ, ਮੈਂ ਤਾਂ ਪੁਲਿਸ ਅਫਸਰ ਹੀ ਬਣਾਂਗੀ। ਉਸ ਨੇ ਇਹ ਸ਼ਬਦ ਪੂਰੀ ਦ੍ਰਿੜਤਾ ਨਾਲ ਆਖੇ ਸਨ। ਕਿਸ਼ਤ 144ਵੀਂ। ਪੁਲਿਸ ਵਿਭਾਗ ਪ੍ਰਤੀ ਬੋਲੇ ਹੋਏ ਕੌੜੇ ਸ਼ਬਦ ਮੇਰੇ ਅੰਦਰ ਇਸ ਮਹਿਕਮੇ ਪ੍ਰਤੀ ਪੈਦਾ ਹੋਈ ਨਫ਼ਰਤ ਦਾ ਹੀ ਸਿੱਟਾ ਸੀ। ਇੱਕ ਗੱਲ ਮੈਨੂੰ ਪੱਕੀ ਤਰ੍ਹਾਂ ਸਮਝ ਆ ਗਈ ਸੀ ਕਿ ਮੈਨੂੰ ਮੁਸੀਬਤ ਵਿੱਚ ਪਏ ਨੂੰ ਵੇਖ ਕੇ ਮੇਰੀ ਬੇਟੀ ਨੇ ਇੰਨਾ ਜ਼ਿਆਦਾ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਉਸ ਨੂੰ ਲੱਗਣ ਲੱਗਾ ਸੀ ਕਿ ਉਹ ਵੱਧ ਤੋਂ ਵੱਧ ਪੜ੍ਹ ਕੇ ਅਫਸਰ ਬਣੇਗੀ ਅਤੇ ਆਪਣੇ ਪਾਪਾ ਨਾਲ ਹੋ ਰਹੀ ਬੇਇਨਸਾਫੀ ਦਾ ਬਦਲਾ ਲਵੇਗੀ। ਸ਼ਾਇਦ ਇਹੀ ਕਾਰਨ ਸੀ ਕਿ ਪੜ੍ਹਾਈ ਵਿੱਚ ਸਧਾਰਨ ਜਿਹੀ ਬੱਚੀ ਨੇ ਘਰ ਵਿੱਚ ਪੜ੍ਹਾਈ ਦਾ ਮਾਹੌਲ ਨਾ ਹੋਣ ਦੇ ਬਾਵਜੂਦ 500-600 ਵਿਦਿਆਰਥੀਆਂ ਨੂੰ ਪਿੱਛੇ ਛੱਡ ਦਿੱਤਾ ਸੀ। ਉਸ ਦੁਆਰਾ ਇੰਜ ਮਿਹਨਤ ਕਰਨਾ ਮੇਰੇ ਲਈ ਇੱਕ ਬੜਾ ਵੱਡਾ ਹੌਸਲਾ ਦੇਣ ਵਾਲਾ ਨੈਤਿਕ ਸਹਾਰਾ ਸੀ। ਇਸ ਗੱਲ ਨੇ ਮੈਨੂੰ ਸਰੂਰੀ ਵੀ ਰੱਖਿਆ ਸੀ। ਹੁਣ ਸਾਰੇ ਘਰਦਿਆਂ ਨੂੰ ਪਤਾ ਲੱਗ ਚੁੱਕਾ ਸੀ ਕਿ ਪੁਲਿਸ ਵਿਭਾਗ ਸਾਨੂੰ ਬੁਲਾ ਕੇ ਸਿਰਫ ਸਾਡੀ ਹਾਜ਼ਰੀ ਲਵਾ ਕੇ ਅਤੇ ਪੁਰਾਣੇ ਬਿਆਨਾਂ ਅਨੁਸਾਰ ਕਾਗਜ਼ ਕਾਲੇ ਕਰਕੇ ਸਾਨੂੰ ਵਾਪਸ ਖਾਲੀ ਹੱਥ ਮੋੜ ਦਿੰਦਾ ਹੈ, ਨਾ ਕਿ ਇਨਸਾਫ ਕਰਨ ਲਈ ਕੋਈ ਉਚਿਤ ਕਦਮ ਉਠਾਇਆ ਜਾਂਦਾ ਹੈ। ਇਸੇ ਕਾਰਨ ਅੱਜ ਦੀ ਕਾਰਵਾਈ ਬਾਰੇ ਜਾਣਨ ਦੀ ਕਿਸੇ ਨੂੰ ਕੋਈ ਵੀ ਉਤੇਜਨਾ ਨਹੀਂ ਸੀ ਕਿ ਦਫ਼ਤਰ ਵਿੱਚ ਕੀ ਹੋਇਆ। ਸਭ ਦੇ ਗੱਲਬਾਤ ਦਾ ਵਿਸ਼ਾ ਅਸੀਸ ਦੇ ਓਵਰਆਲ ਪਹਿਲੇ ਸਥਾਨ 'ਤੇ ਆਉਣ ਦਾ ਹੀ ਸੀ। ਘਰ ਵਿੱਚ ਕਾਫੀ ਦੇਰ ਅਸੀਸ ਦੀ ਇਸ ਪ੍ਰਾਪਤੀ ਦੀ ਚਰਚਾ ਵੀ ਹੁੰਦੀ ਰਹੀ। ਬੇਸ਼ੱਕ ਮੈਂ ਸਭ ਨੂੰ ਚਿਹਰੇ ਉੱਤੋਂ ਬੜਾ ਨਿਸ਼ਚਿੰਤ ਹੋਇਆ ਵਿਖਾਈ ਦੇ ਰਿਹਾ ਸਾਂ, ਪਰ ਮੇਰੇ ਮਨ ਅੰਦਰ ਇੱਕ ਬੜਾ ਹੀ ਵੱਡਾ ਯੁੱਧ ਚੱਲ ਰਿਹਾ ਸੀ। ਸਮਝ ਨਹੀਂ ਸੀ ਆ ਰਹੀ ਕਿ ਗੁਰਨੇਕ ਦੇ ਵਿਦੇਸ਼ ਵਿੱਚ ਚਲਾ ਜਾਣ ਨੂੰ ਮੈਂ ਆਪਣੇ ਹੱਕ ਵਿੱਚ ਸਮਝਾਂ ਕਿ ਵਿਰੁੱਧ। ਸਾਰੀ ਖੇਡ ਵਿਰੋਧੀ ਧਿਰ ਦੇ ਹੱਕ ਵਿੱਚ ਸੀ ਅਤੇ ਮੇਰੇ ਪੱਲੇ ਕੱਖ ਵੀ ਨਹੀਂ ਸੀ। ਮੇਰੇ ਅੱਗੇ ਸਵਾਲ ਇਹ ਵੀ ਸੀ ਕਿ ਕੀ ਉਹ ਪੱਕੇ ਤੌਰ 'ਤੇ ਇੱਥੋਂ ਚਲਾ ਗਿਆ ਹੈ ਜਾਂ ਕੇਵਲ ਸੈਰ ਸਪਾਟਾ ਕਰਨ ਹੀ ਗਿਆ ਹੈ। ਸ਼ਾਇਦ ਕੁਝ ਕੁ ਮਹੀਨਿਆਂ ਮਗਰੋਂ ਉਹ ਫਿਰ ਆਪਣੀ ਭੈੜੀ ਬੂਥੀ ਲੈ ਕੇ ਮੈਨੂੰ ਕਚਹਿਰੀ ਵਿੱਚ ਘੜੀਸੀ ਫਿਰੇਗਾ। ਸੋਚਦਿਆਂ ਮੇਰੇ ਮੂੰਹੋਂ ਆਪ ਮੁਹਾਰੇ ਹੀ ਇਹ ਸ਼ਬਦ ਇੰਨੀ ਉੱਚੀ ਨਿਕਲੇ ਕਿ ਥੋੜ੍ਹੀ ਦੂਰ ਬੈਠੀ ਮੇਰੀ ਪਤਨੀ ਨੇ ਵੀ ਸੁਣ ਲਏ ਸਨ। ਗੁਰਨੇਕ ਦੇ ਘਰ ਵਾਲਿਆਂ ਨੇ ਉਸ ਦੇ ਵਿਦੇਸ਼ ਜਾਣ ਦੀ ਖਬਰ ਕਿਸੇ ਦੇਸ਼ ਦੁਆਰਾ ਕੀਤੇ ਜਾਣ ਵਾਲੇ ਪਰਮਾਣੂ ਧਮਾਕਿਆਂ ਤੋਂ ਵੀ ਵੱਧ ਗੁਪਤ ਰੱਖੀ ਹੋਈ ਸੀ। ਮੇਰੇ ਹਮਦਰਦ ਸੂਹੀਆਂ ਨੂੰ ਵੀ ਮੇਰੇ ਕੋਲੋਂ ਹੀ ਪਤਾ ਲੱਗਾ ਸੀ ਕਿ ਗੁਰਨੇਕ ਵਿਦੇਸ਼ ਉਡਾਰੀ ਮਾਰ ਚੁੱਕਾ ਹੈ। ਕਿਸ਼ਤ 145ਵੀਂ। ਮੈਨੂੰ ਕਾਨੂੰਨ ਦਾ ਇੰਨਾ ਕੁ ਤਾਂ ਪਤਾ ਲੱਗ ਚੁੱਕਾ ਸੀ ਕਿ ਸੈਸ਼ਨ ਜੱਜ ਵੀ ਮੁਦਾਇਲੇ ਨੂੰ ਆਪਣਾ ਪੱਖ ਰੱਖਣ ਲਈ 3 ਤਰੀਕਾਂ ਦਿੰਦਾ ਹੈ ਅਤੇ ਜਦ ਸਬੰਧਤ ਧਿਰ ਹਾਜ਼ਰ ਨਹੀਂ ਹੁੰਦੀ ਤਾਂ ਉਹ ਇੱਕ ਤਰਫਾ ਕਾਰਵਾਈ ਕਰ ਸਕਦਾ ਹੈ। ਹੁਣ ਸਾਡਾ ਸਾਰਾ ਧਿਆਨ ਇਸ ਪਾਸੇ ਵੱਲ ਸੀ ਕਿ ਗੁਰਨੇਕ ਦੇ ਵਿਦੇਸ਼ ਰਹਿੰਦੇ ਇਹ ਸਭ ਤਰੀਕਾਂ ਛੇਤੀ ਤੋਂ ਛੇਤੀ ਭੁਗਤਾ ਲਈਆਂ ਜਾਣ ਅਤੇ ਸੈਸ਼ਨ ਜੱਜ ਵੱਲੋਂ ਮੇਰੇ ਹੱਕ 'ਚ ਕੀਤੇ ਫੈਸਲੇ ਨੂੰ ਆਧਾਰ ਬਣਾ ਕੇ ਜਗ੍ਹਾ ਨੂੰ ਆਪਣੇ ਕਬਜ਼ੇ ਵਿੱਚ ਕਰ ਲਿਆ ਜਾਵੇ। ਸਾਡੀ ਦੂਜੀ ਵੱਡੀ ਚਿੰਤਾ ਦਾ ਵਿਸ਼ਾ ADC ਵੱਲੋਂ ਜਾਰੀ ਕੀਤੇ ਗਏ ਨੋਟਿਸ ਦਾ ਢੁਕਵਾਂ ਤੇ ਤਸੱਲੀਪੂਰਵਕ ਜਵਾਬ ਬਣਾ ਕੇ ਦੇਣ ਦਾ ਸੀ। ਮੈਂ ਸਭ ਦੀ ਸਲਾਹ ਨਾਲ ਉਹ ਸਾਰੀਆਂ ਗੱਲਾਂ ਜੋ ਪਿਛਲੇ ਦਿਨਾਂ ਤੋਂ ਹੋ ਰਹੀਆਂ ਸਨ, ਸਭ ਦਾ ਖਾਕਾ ਤਿਆਰ ਕਰਕੇ ਇਸ ਨੂੰ ਅੰਤਮ ਰੂਪ ਦੇਣ ਲਈ ਵਕੀਲ ਦੀ ਸਲਾਹ ਲਈ ਕਚਹਿਰੀ ਚਲਾ ਗਿਆ। ਮੈਂ ਉਸ ਦੀ ਸਲਾਹ ਮੁਤਾਬਕ ਕੁਝ ਹੋਰ ਗੱਲਾਂ ਵੀ ਸ਼ਾਮਲ ਕਰ ਲਈਆਂ। ਜਦ ਮੈਂ ਚੈਂਬਰ ਤੋਂ ਬਾਹਰ ਨਿਕਲ ਕੇ ਕਚਹਿਰੀ ਦੇ ਦਰਵਾਜ਼ੇ ਵੱਲ ਨੂੰ ਜਾ ਰਿਹਾ ਸਾਂ ਤਾਂ ਮੈਨੂੰ SP ਦਫ਼ਤਰ ਦਾ ਸੋਹਣੀ ਪੇਚਦਾਰ ਪੱਗ ਬੰਨ੍ਹੀ ਉਹੀ ਪੁਲਿਸ ਵਾਲਾ ਟੱਕਰ ਪਿਆ ਜਿਹੜਾ ਸਾਨੂੰ ਪੁਲਿਸ ਵਿਭਾਗ ਦੀਆਂ ਅੰਦਰਲੀਆਂ ਖਾਮੀਆਂ ਦੱਸਦਾ ਰਿਹਾ ਸੀ। ਕਿਵੇਂ ਆ ਮਾਸਟਰ ਜੀ, ਭੁਗਤੀ ਜਾਂਦੇ ਹੋ ਤਰੀਕਾਂ, ਫਸ ਗਏ ਘੁੰਮਣ ਘੇਰੀ 'ਚ? ਉਸ ਨੇ
ਮੈਨੂੰ ਪੂਰੀ ਗੰਭੀਰਤਾ ਨਾਲ ਆਖਿਆ ਸੀ। ਮੇਰਾ ਮਨ ਪਹਿਲਾਂ ਹੀ ਖਰਾਬ ਸੀ ਤੇ ਮੈਂ ਬੜੀ ਰੋਣ ਹੱਕੀ ਆਵਾਜ਼ ਵਿੱਚ ਉਸ ਨੂੰ ਨਵੀਂ ਪਈ ਮੁਸੀਬਤ ਬਾਰੇ ਦੱਸਣ ਲੱਗ ਪਿਆ ਸਾਂ। ਮੇਰੀ ਗੱਲ ਸੁਣ ਕੇ ਉਹ ਬੋਲਿਆ, ਯਾਰ ਤੈਨੂੰ ਸ਼ਰੀਫ ਬੰਦੇ ਨੂੰ ਜ਼ਿਆਦਾ ਹੀ ਖਰਾਬ ਕਰੀ ਜਾ ਰਹੇ ਆ। ਕੋਈ ਨਹੀਂ, ਇੱਕ ਨਾ ਇੱਕ ਦਿਨ ਮੂੰਹ ਦੀ ਖਾਣਗੇ। ਉਸ ਨੇ ਤਸੱਲੀ ਨਾਲ ਆਖਿਆ ਸੀ। ਮੈਂ ਤਰਲੇ ਜਿਹੇ ਨਾਲ ਆਖਿਆ, ਤੁਸੀਂ ਕੋਈ ਰਾਹ ਪਾ ਦਿਓ, ਕੋਈ ਉਪਾਅ ਦੱਸ ਦਿਓ, ਕੀ ਕਰੀਏ, ਬੜਾ ਦੁਖੀ ਕੀਤੇ ਪਏ ਆ। ਉਹ ਕੁਝ ਸੋਚਦਾ ਸੋਚਦਾ ਮੈਨੂੰ ਇੱਕ ਪਾਸੇ ਲੈ ਗਿਆ ਤੇ ਬੋਲਿਆ, ਇੱਕ ਬੰਬ ਹੈਗਾ ਮੇਰੇ ਕੋਲ। ਇਹਨੂੰ ਬੰਬ ਨਾ ਆਖ, ਪਰਮਾਣੂ ਬੰਬ ਹੀ ਹੈ। ਮੈਂ ਤੈਨੂੰ ਦੇ ਵੀ ਦੇਵਾਂਗਾ। ਇਹ ਤੈਨੂੰ 84 ਵਾਲੇ ਚੱਕਰ 'ਚੋਂ ਕੱਢ ਵੀ ਸਕਦਾ, ਪਰ ਤੈਨੂੰ ਮੇਰੇ ਨਾਲ ਇੱਕ ਵਾਅਦਾ ਕਰਨਾ ਪੈਣਾ। ਉਸ ਦੀ ਗੱਲ ਸੁਣ ਕੇ ਮੈਂ ਪੂਰਾ ਉਤਸ਼ਾਹਿਤ ਹੋ ਗਿਆ ਸਾਂ। ਕਿਸ਼ਤ 146ਵੀਂ। ਮੈਂ ਪੂਰੀ ਦ੍ਰਿੜਤਾ ਨਾਲ ਉਸ ਨੂੰ ਯਕੀਨ ਦਿਵਾਇਆ, ਤੁਸੀਂ ਵਿਸ਼ਵਾਸ ਕਰੋ ਜੀ, ਮੈਂ ਤੁਹਾਡੇ ਤੋਂ ਬਾਹਰ ਬਿਲਕੁਲ ਨਹੀਂ ਜਾਂਦਾ। ਉਹ ਬੋਲਿਆ, ਯਾਰ ਤੇਰੇ ਬੇਲੀ ਜਪਨਾਮ ਨੇ ਦਫ਼ਤਰ ਵਿੱਚ ਵੀ ਬੜੀ ਅੱਤ ਚੁੱਕੀ ਹੋਈ ਆ। ਸਾਡੇ ਆਖੇ ਤੇ ਸਾਡੇ ਰਿਸ਼ਤੇਦਾਰਾਂ ਨੂੰ ਨਹੀਂ ਬਖਸ਼ਦਾ, ਅਗਲੇ ਦੇ ਵੱਡਾ ਸਾਰਾ ਮੋਸ਼ਾ ਪਾ ਕੇ ਹੀ ਤੋਰਦਾ। ਇੱਕ ਘਰ ਤਾਂ ਡੈਣ ਵੀ ਛੱਡ ਲੈਂਦੀ ਆ, ਪਰ ਇਹ ਰਾਖਸ਼ ਤਾਂ ਉਹਨਾਂ ਤੋਂ ਵੀ ਗਿਆ ਗੁਜ਼ਰਿਆ ਹੋਇਆ। ਮੇਰੇ ਕੋਲ ਇੱਕ ਵੀਡੀਓ ਹੈ ਜਿਸ ਵਿੱਚ ਇਹ ਸ਼ਰੇਆਮ ਰਿਸ਼ਵਤ ਲੈਂਦਾ ਵਿਖਾਈ ਦੇ ਰਿਹਾ। ਫਸਾਉਣ ਨੂੰ ਤਾਂ ਮੈਂ ਕਦੋਂ ਦਾ ਫਸਾ ਦਿੰਦਾ ਇਸ ਕੰਜਰ ਨੂੰ, ਪਰ ਯਾਰ ਮੇਰਾ ਇਹੋ ਜਿਹਾ ਸੁਭਾਅ ਨਹੀਂ। ਉਹ ਗੰਭੀਰਤਾ ਨਾਲ ਬੋਲਿਆ ਸੀ। ਮੈਨੂੰ ਉਸ ਦੇ ਇਹ ਬੋਲ ਡੁੱਬਦੇ ਨੂੰ ਤਿਣਕੇ ਦੇ ਸਹਾਰੇ ਵਰਗੇ ਲੱਗੇ ਸਨ ਤੇ ਮੈਂ ਉਤਸ਼ਾਹਿਤ ਹੁੰਦੇ ਹੋਏ ਆਖਿਆ, ਤੁਸੀਂ ਉਹ ਵੀਡੀਓ ਮੈਨੂੰ ਦੇ ਦਿਓ। ਅੱਗੇ ਮੈਂ ਜਾਣਾ ਤੇ ਮੇਰਾ ਕੰਮ, ਮੇਰੇ ਤੋਂ ਭਾਵੇਂ ਕਿਸੇ ਦੀ ਵੀ ਮਰਜ਼ੀ ਸਹੁੰ ਲੈ ਲਵੋ, ਮੈਂ ਉਸ ਵੀਡੀਓ ਨੂੰ ਤੁਹਾਡੀ ਸਲਾਹ ਤੋਂ ਬਿਨਾਂ ਬਿਲਕੁਲ ਨਹੀਂ ਵਰਤਦਾ। ਉਹ ਬੋਲਿਆ, ਨਹੀਂ ਯਾਰ, ਸਹੁੰ ਦੀ ਤਾਂ ਕੋਈ ਗੱਲ ਨਹੀਂ। ਮੈਂ ਕਾਮਰੇਡਾਂ ਦੇ ਖਾਸੇ ਨੂੰ ਚੰਗੀ ਤਰ੍ਹਾਂ ਸਮਝਦਾ, ਇਹਨਾਂ ਦੀ ਤਾਂ ਜ਼ੁਬਾਨ ਹੀ ਬੜੀ ਹੁੰਦੀ ਆ। ਤੁਹਾਡੇ ਪਰਿਵਾਰ ਬਾਰੇ ਤਾਂ ਮੈਨੂੰ ਸਭ ਕੁਝ ਪਤਾ ਹੈ। ਜਿਸ ਦਿਨ ਤੁਸੀਂ ਸਾਹਿਬ ਨੂੰ ਸ਼ਿਕਾਇਤ ਕੀਤੀ ਸੀ, ਤੁਹਾਡੇ ਬਾਰੇ ਤਾਂ ਉਸੇ ਦਿਨ ਹੀ ਸਾਰੀ ਰਿਪੋਰਟ ਦਫ਼ਤਰ ਵਿੱਚ ਪੁੱਜ ਗਈ ਸੀ। ਬਾਕੀ ਮੈਂ ਆਪਣੇ ਪੱਧਰ 'ਤੇ ਵੀ ਤੁਹਾਡੇ ਬਾਰੇ ਸਾਰਾ ਕੁਝ ਪਤਾ ਲਾ ਲਿਆ ਸੀ। ਉਸ ਨੇ ਮੇਰੇ ਚਿਹਰੇ ਵੱਲ ਧਿਆਨ ਨਾਲ ਵੇਖਦਿਆਂ ਆਖਿਆ ਸੀ। ਮੈਂ ਕਿਹਾ, ਜੇ ਯਕੀਨ ਹੈ ਤਾਂ ਫਿਰ ਭੇਜ ਦਿਓ ਉਹ ਵੀਡੀਓ ਮੈਨੂੰ, ਮੈਂ ਨੰਬਰ ਦੇਵਾਂ ਆਪਣਾ। ਜੇ ਕੋਈ ਸੇਵਾ ਪਾਣੀ ਦੀ ਜ਼ਰੂਰਤ ਹੈ ਤਾਂ ਉਹ ਵੀ ਦੱਸ ਦਿਓ। ਇਹ ਗੱਲ ਮੈਂ ਪੁਲਸੀਆਂ ਦੀ ਖਸਲਤ ਨੂੰ ਧਿਆਨ ਵਿੱਚ ਰੱਖਦਿਆਂ ਆਖੀ ਸੀ, ਪਰ ਉਹ ਗੁੱਸਾ ਕਰ ਗਿਆ ਤੇ ਗੁੱਸੇ 'ਚ ਬੋਲਿਆ, ਜਾ ਓਏ ਯਾਰ, ਆਹ ਕੀ ਗੱਲ ਕਰਤੀ। ਮੈਂ ਤੇਰੀ ਮਦਦ ਕਰਨ ਨੂੰ ਫਿਰਦਾ ਸੀ ਤੇ ਤੂੰ ਸੇਵਾ ਪਾਣੀ ਦੀ ਗੱਲ ਕਰੀ ਜਾਂਦਾ। ਨਾਲੇ ਮੈਂ ਤਾਂ ਜਪਨਾਮ ਨੂੰ ਵੀ ਸਮਝਾਇਆ ਸੀ ਕਿ ਕਿਸੇ ਬੰਦੇ ਨੂੰ ਕੰਧ ਨਾਲ ਇੰਨਾ ਧੱਕ ਕੇ ਨਹੀਂ ਲਾਈਦਾ ਹੁੰਦਾ ਕਿ ਉਸ ਦੇ ਪਿੱਛੇ ਹਟਣ ਵਾਸਤੇ ਹੋਰ ਜਗ੍ਹਾ ਹੀ ਨਾ ਬਚੇ ਤੇ ਉਹ ਮਾਰੀ ਦਾ ਪੂਰੇ ਜ਼ੋਰ ਨਾਲ ਤੁਹਾਡੇ ਉੱਤੇ ਉਲਟ ਵਾਰ ਕਰ ਦੇਵੇ। ਪਰ ਉਹ ਕੰਜਰ ਦਾ ਪੁੱਤ ਸਮਝਦਾ ਹੀ ਨਹੀਂ। ਮੈਂ ਤੇਰਾ ਅਖਬਾਰ ਵਿਚਲਾ ਮਿੱਟੀ ਨਾ ਫਰੋਲ ਜੋਗੀਆ ਲੇਖ ਪੜ੍ਹਿਆ ਸੀ। ਉਸ ਨੇ ਸੱਚੀ ਬੜਾ ਭਾਵੁਕ ਕਰਤਾ ਸੀ ਯਾਰ। ਮੈਂ ਤਾਂ ਉਸ ਦਿਨ ਹੀ ਸੋਚ ਲਿਆ ਸੀ ਕਿ ਇਸ ਬੰਦੇ ਦੀ ਮਦਦ ਜ਼ਰੂਰ ਕਰਨੀ ਆ, ਭਾਵੇਂ ਕੁਝ ਵੀ ਹੋ ਜਾਵੇ। ਤੇ ਤੂੰ ਮੈਨੂੰ ਉਹੋ ਜਿਹਾ ਹੀ ਸਮਝੀ ਜਾਂਦਾ, ਸਾਡੇ ਮਹਿਕਮੇ ਦੀਆਂ ਜੂਠਾਂ ਵਰਗਾ। ਉਹ ਗੱਲ ਕਰਦਾ ਕਰਦਾ ਭਾਵੁਕਤਾ ਤੇ ਨਿਰਾਸ਼ਾ ਦੇ ਰਲੇ ਮਿਲੇ ਭਾਵ ਨਾਲ ਉਲਾਂਭਾ ਦੇਣ ਦੇ ਰੌਂ ਵਿੱਚ ਬੋਲਦਿਆਂ ਕਿੰਨਾ ਹੀ ਕੁਝ ਕਹਿ ਗਿਆ ਸੀ। ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਮੈਂ ਉਸ ਨੂੰ ਕਿਹਾ, ਸੌਰੀ ਵੀਰ ਜੀ, ਮੇਰੀ ਇਹ ਭਾਵਨਾ ਨਹੀਂ ਸੀ। ਮੈਂ ਤਾਂ ਆਖਿਆ ਸੀ ਕਿ ਕਈ ਵਾਰ ਕਿਸੇ ਹੋਰ ਬੰਦੇ ਤੋਂ ਇਹ ਕੰਮ ਕਰਵਾਉਣਾ ਹੁੰਦਾ। ਤੁਹਾਡੇ ਬਾਰੇ ਤਾਂ ਮੈਨੂੰ ਪਹਿਲਾਂ ਹੀ ਪੂਰਾ ਚਾਨਣ ਹੈ। ਮੈਂ ਆਪਣੀ ਪਹਿਲਾਂ ਕੀਤੀ ਹੋਈ ਗੱਲ, ਜਿਸ ਨੂੰ ਉਸ ਨੇ ਮੇਰੀ ਗਲਤੀ ਸਮਝਿਆ ਸੀ ਤੇ ਅਫਸੋਸ ਪ੍ਰਗਟ ਕੀਤਾ। ਕਿਸ਼ਤ 147ਵੀਂ। ਉਸ ਨੇ ਪੂਰੇ ਸਹਿਜ ਨਾਲ ਆਖਿਆ, ਯਾਰ ਇੱਥੇ ਨਹੀਂ, ਆਪਾਂ ਕਿਤੇ ਹੋਰ ਚੱਲੀਏ। ਮੈਂ ਉਸ ਨੂੰ ਪੁੱਛਿਆ, ਹੁਣ ਤੁਸੀਂ ਮੇਰੀ ਗੱਲ ਦਾ ਗਲਤ ਮਤਲਬ ਨਾ ਕੱਢਿਓ। ਜੇ ਪੈਗ ਲਾ ਲੈਂਦੇ ਹੋ ਤਾਂ ਆਪਾਂ ਕਿਸੇ ਹੋਟਲ ਵਿੱਚ ਚੱਲਦੇ ਹਾਂ। ਗਰਮੀ ਵੀ ਬੜੀ ਆ, ਏਸੀ ਦੀ ਠੰਡਕ ਮਾਣ ਲਵਾਂਗੇ
ਨਾਲੇ ਬਿੰਦ ਝੱਟ ਬਹਿ ਕੇ ਗੱਲਾਂ ਕਰ ਲਵਾਂਗੇ। ਮੈਂ ਝੱਕਦੇ ਝੱਕਦੇ ਪੁੱਛਦਿਆਂ ਹੋਟਲ ਦਾ ਨਾਂ ਵੀ ਦੱਸ ਦਿੱਤਾ ਸੀ। ਉਹ ਬੋਲਿਆ, ਚੱਲ ਠੀਕ ਹੈ, ਪਰ ਆਪਾਂ ਇੱਕ ਟੇਬਲ 'ਤੇ ਨਹੀਂ ਬਹਿਣਾ। ਤੂੰ ਚੱਲ, ਮੈਂ ਅੱਧੇ ਕੁ ਘੰਟੇ ਤੱਕ ਆਉਂਦਾ। ਇੰਨਾ ਆਖ ਕੇ ਉਹ ਤੁਰ ਗਿਆ। ਮੈਂ ਯਾਦਵਿੰਦਰ ਨੂੰ ਫੋਨ ਕਰਕੇ ਉਸ ਨੂੰ ਛੇਤੀ ਦੇਣੇ ਹੋਟਲ ਵਿੱਚ ਪੁੱਜਣ ਲਈ ਕਹਿ ਦਿੱਤਾ ਅਤੇ ਆਪ ਨੇੜਲੇ ਠੇਕੇ ਤੋਂ ਵਿਸਕੀ ਦੀਆਂ 2 ਬੋਤਲਾਂ ਖਰੀਦ ਕੇ ਹੋਟਲ ਵੱਲ ਚਾਲੇ ਪਾ ਦਿੱਤੇ। ਅਸੀਂ ਮਿੱਥੇ ਸਮੇਂ ਤੋਂ 10 ਕੁ ਮਿੰਟ ਪਹਿਲਾਂ ਹੋਟਲ ਵਿੱਚ ਪੁੱਜ ਗਏ ਅਤੇ ਇੱਕ ਮੇਜ਼ ਦੁਆਲੇ ਬੈਠ ਗਏ ਅਤੇ ਸਾਹਮਣੇ ਵਾਲੇ ਮੇਜ਼ ਨੂੰ ਰਾਖਵਾਂ ਕਰਵਾ ਲਿਆ। ਅਸੀਂ ਬਹਿਰਿਆਂ ਨੂੰ ਸਮਝਾ ਦਿੱਤਾ ਕਿ ਇਸ ਮੇਜ਼ 'ਤੇ ਜਿੰਨਾ ਵੀ ਆਰਡਰ ਹੋਵੇਗਾ ਉਸ ਦੀ ਅਦਾਇਗੀ ਅਸੀਂ ਹੀ ਕਰਨੀ ਹੈ। 15-20 ਮਿੰਟ ਬਾਅਦ ਉਹ ਇਕੱਲਾ ਹੀ ਆ ਗਿਆ ਅਤੇ ਸਾਡੇ ਸਾਹਮਣੇ ਵਾਲੇ ਮੇਜ਼ 'ਤੇ ਆ ਕੇ ਬੈਠ ਗਿਆ। ਜਦ ਉਸਨੇ ਆਸਾ ਪਾਸਾ ਵੇਖ ਕੇ ਅੰਦਾਜ਼ਾ ਲਾ ਲਿਆ ਕਿ ਉੱਥੇ ਉਸ ਦੀ ਜਾਣ ਪਹਿਚਾਣ ਵਾਲਾ ਕੋਈ ਵੀ ਨਹੀਂ ਹੈ ਤਾਂ ਉਸਨੇ ਮੈਥੋਂ ਮੇਰਾ ਮੋਬਾਈਲ ਨੰਬਰ ਮੰਗਿਆ। ਕੁਝ ਪਲਾਂ ਬਾਅਦ 2.5 ਮਿੰਟ ਦੀ ਇੱਕ ਵੀਡੀਓ ਮੇਰੇ ਫੋਨ ਵਿੱਚ ਆ ਗਈ ਸੀ। ਉਸਨੇ ਸਿਰਫ 1-2 ਪੈਗ ਹੀ ਲਗਾਏ ਅਤੇ ਜਾਣ ਦੀ ਕਾਹਲੀ ਕਰਨ ਲੱਗ ਪਿਆ। ਮੈਨੂੰ ਸਮਝਾਉਂਦੇ ਹੋਏ ਉਹ ਬੋਲਿਆ, ਛੋਟੇ ਵੀਰ, ਮੇਰੇ ਤੋਂ ਪੁੱਛੇ ਬਿਨਾਂ ਅਤੇ ਜਿੰਨਾ ਚਿਰ ਤੈਨੂੰ ਇਹ ਨਾ ਲੱਗੇ ਕਿ ਮੈਂ ਤਾਂ ਹੁਣ ਮਰਿਆ ਹੀ ਪਿਆ, ਇਸ ਵੀਡੀਓ ਨੂੰ ਨਾ ਤਾਂ ਕਿਸੇ ਨੂੰ ਵਿਖਾਉਣਾ ਅਤੇ ਨਾ ਹੀ ਇਸ ਦੀ ਵਰਤੋਂ ਕਰਨੀ ਹੈ। ਇਸ ਗੱਲ 'ਤੇ ਪਹਿਰਾ ਦੇਵੀਂ। ਮੈਂ ਹੁਣ ਚੱਲਦਾ। ਤਤਾਰੇ ਜਿਹੇ 'ਚ ਆ ਕੇ ਉਸਨੇ ਹੁਕਮ ਦੇਣ ਵਾਂਗ ਆਖਿਆ ਸੀ। ਮੈਂ ਉਸ ਨੂੰ ਪੂਰਾ ਯਕੀਨ ਦਿਵਾਉਂਦਿਆਂ ਆਖਿਆ, ਮੈਂ ਤੁਹਾਡੇ ਤੋਂ ਬਾਹਰ ਨਹੀਂ ਹੁੰਦਾ ਵੀਰੇ। ਇਹ ਇੱਕ ਕਾਮਰੇਡ ਦੇ ਪੁੱਤਰ ਦੀ ਜ਼ਬਾਨ ਆ। ਜੇ ਅਜਿਹਾ ਹੋਇਆ ਤਾਂ ਮੈਨੂੰ ਪਿਓ ਦਾ ਪੁੱਤ ਨਾ ਸਮਝਿਓ। ਯਾਦਵਿੰਦਰ ਨੇ ਮੇਰੀ ਗੱਲ ਦੀ ਪ੍ਰੋੜਤਾ ਕੀਤੀ। ਵਿਸ਼ਵਾਸ ਰੱਖਿਓ ਜੀ, ਅਸੀਂ ਅਜਿਹਾ ਕੁਝ ਵੀ ਨਹੀਂ ਕਰਦੇ। ਉਹ ਬੋਲਿਆ, ਮੈਂ ਵੀ ਸਭ ਕੁਝ ਪਤਾ ਕਰਕੇ ਤੈਨੂੰ ਆਹ ਸੱਪ ਫੜਾ ਚੱਲਿਆ, ਪਰ ਆਪਾਂ ਇਸ ਦੇ ਨਾਲ ਕਿਸੇ ਦਾ ਨੁਕਸਾਨ ਨਹੀਂ ਹੋਣ ਦੇਣਾ, ਕੇਵਲ ਆਪਣਾ ਬਚਾਅ ਹੀ ਕਰਨਾ। ਬਸ ਹੁਣ ਮੈਨੂੰ ਛੁੱਟੀ ਦੇਵੋ। ਉਹ ਆਦਤਨ ਮੁੱਛਾਂ 'ਤੇ ਹੱਥ ਫੇਰਦਾ ਹੋਇਆ ਤੁਰ ਗਿਆ। ਜਾਣ ਤੋਂ ਪਹਿਲਾਂ ਉਹ ਆਪਣੇ ਵਾਲੇ ਮੇਜ਼ 'ਤੇ ਪਈ ਜ਼ਰਾ ਊਣੀ ਹੋਈ ਬੋਤਲ ਨੂੰ ਚੁੱਕ ਲੈਣ ਦਾ ਇਸ਼ਾਰਾ ਵੀ ਕਰ ਗਿਆ ਸੀ। ਸਾਨੂੰ ਤਾਂ ਭੁਗਤਾਨ ਕਰਨ ਵੇਲੇ ਪਤਾ ਲੱਗਾ ਕਿ ਉਹ ਆਪਣੇ ਦਿੱਤੇ ਆਰਡਰ ਦੇ ਬਣੇ ਹੋਏ ਪੈਸੇ ਵੀ ਜਾਣ ਵੇਲੇ ਦੇ ਗਿਆ ਸੀ। ਇਸ ਗੱਲ ਦਾ ਸਾਨੂੰ ਦੋਵਾਂ ਨੂੰ ਬੜਾ ਅਫਸੋਸ ਹੋਇਆ, ਪਰ ਖੁਸ਼ੀ ਵੀ ਹੋਈ ਕਿ ਪੁਲਿਸ ਮਹਿਕਮੇ ਵਿੱਚ ਹੁੰਦੇ ਹੋਏ ਵੀ ਉਹ ਇੱਕ ਨੇਕ ਰੂਹ ਸੀ। ਕਿਸ਼ਤ 148ਵੀਂ। ਸਾਨੂੰ ਪਹਿਲੀ ਵਾਰ ਇਹ ਦਿਲੋਂ ਮਹਿਸੂਸ ਹੋਇਆ ਕਿ ਪੁਲਿਸ ਮਹਿਕਮੇ ਵਿੱਚ ਸਾਰੇ ਬੰਦੇ ਹੀ ਮਾੜੇ ਨਹੀਂ ਹੁੰਦੇ। ਉਹ ਆਪਣੇ ਸਾਥੀਆਂ ਦੁਆਰਾ ਕੀਤੀ ਜਾਂਦੀ ਧੱਕੇਸ਼ਾਹੀ ਅਤੇ ਜਨਤਾ ਨੂੰ ਦਿੱਤੀ ਜਾਣ ਵਾਲੀ ਫਜ਼ੂਲ ਦੀ ਪਰੇਸ਼ਾਨੀ ਤੋਂ ਵੀ ਔਖੇ ਹੁੰਦੇ ਹਨ। ਮੈਨੂੰ ਆਪਣੀ ਲੇਖਣੀ 'ਤੇ ਵੀ ਮਾਣ ਮਹਿਸੂਸ ਹੋਇਆ ਕਿ ਮੇਰਾ ਇੱਕ ਲੇਖ ਪੜ੍ਹ ਕੇ ਮੇਰੇ ਇੱਕ ਪਾਠਕ ਅਤੇ ਉਹ ਵੀ ਪੁਲਿਸ ਮੁਲਾਜ਼ਮ ਦਾ ਦਿਲ ਇੰਨਾ ਜ਼ਿਆਦਾ ਪਿਘਲ ਗਿਆ ਕਿ ਉਹ ਮੇਰੀ ਖਾਤਰ ਆਪਣੀ ਨੌਕਰੀ ਤੱਕ ਵੀ ਦਾਅ 'ਤੇ ਲਾ ਗਿਆ ਸੀ। ਜਿੰਨੀਆਂ ਬਦਦੁਆਵਾਂ ਮੈਂ ਦੂਜੇ ਪੁਲਿਸ ਕਰਮਚਾਰੀਆਂ ਨੂੰ ਦਿੰਦਾ ਹੁੰਦਾ ਸਾਂ, ਉਹਨਾਂ ਤੋਂ ਦੁੱਗਣੀਆਂ ਚੌਗਣੀਆਂ ਦੁਆਵਾਂ ਉਸ ਨੇਕ ਬੰਦੇ ਲਈ ਮੇਰੇ ਮਨ ਵਿੱਚੋਂ ਨਿਕਲੀਆਂ ਸਨ। ਜਦ ਅਸੀਂ ਧਿਆਨ ਨਾਲ ਉਹ ਵੀਡੀਓ ਵੇਖੀ ਅਤੇ ਉਸ ਵਿਚਲੀ ਆਵਾਜ਼ ਸੁਣੀ ਤਾਂ ਜਪਨਾਮ ਦੀਆਂ ਸਾਰੀਆਂ ਕਰਤੂਤਾਂ ਉਸ ਵਿੱਚ ਕੈਦ ਪਾਈਆਂ ਸਪਸ਼ਟ ਹੋ ਗਈਆਂ। ਘਰ ਪੁੱਜਦੇ ਸਾਰ ਮੈਂ ਇਸ ਵੀਡੀਓ ਨੂੰ ਕੰਪਿਊਟਰ ਵਿੱਚ ਪਾ ਕੇ ਇੱਕ ਗੁਪਤ ਕੋਡ ਲਾ ਕੇ ਆਪਣੇ ਮੋਬਾਈਲ ਵਿੱਚੋਂ ਇਸ ਨੂੰ ਡਿਲੀਟ ਕਰ ਦਿੱਤਾ। ਕਦੇ ਤਾਂ ਮੇਰਾ ਮਨ ਕਰਦਾ ਸੀ ਕਿ ਮੈਂ ਪੱਤਰਕਾਰਾਂ ਨੂੰ ਬੁਲਾ ਕੇ ਜਪਨਾਮ ਦੀ ਸਾਰੀ ਕਰਤੂਤ ਦਾ ਭਾਂਡਾ ਭੰਨ ਦੇਵਾਂ, ਪਰ ਮੇਰਾ ਉਸ ਨੇਕ ਬੰਦੇ ਨਾਲ ਵਾਅਦਾ ਕੀਤਾ ਹੋਇਆ ਸੀ, ਜਿਹੜਾ ਕਿ ਮੈਂ ਚਾਹ ਕੇ ਵੀ ਤੋੜ ਨਹੀਂ ਸੀ ਸਕਦਾ। ਬਾਅਦ ਵਿੱਚ ਮੈਂ ਤੇ ਯਾਦਵਿੰਦਰ ਨੇ ਇਹ ਪੱਕਾ ਕਰ ਲਿਆ ਕਿ ਇਸ ਵੀਡੀਓ ਅਤੇ ਇਸ ਨੂੰ ਸਾਡੇ ਤੱਕ ਪਹੁੰਚਾਉਣ ਵਾਲੇ ਆਦਮੀ ਦੀ ਪਹਿਚਾਣ ਕਿਸੇ ਹਾਲਤ ਵਿੱਚ ਵੀ
ਤੀਜੇ ਆਦਮੀ ਕੋਲ, ਬੇਸ਼ੱਕ ਉਹ ਸਾਡੇ ਘਰ ਦਾ ਜੀਅ ਵੀ ਕਿਉਂ ਨਾ ਹੋਵੇ, ਨਸ਼ਰ ਨਹੀਂ ਹੋਣ ਦੇਣੀ। ਵੇਖਿਆ ਤੇਰੇ ਮੋਬਾਈਲ 'ਤੇ ਖਰਚੇ ਪੈਸਿਆਂ ਦਾ ਮੁੱਲ ਮੁੜ ਆਇਆ ਕਿ ਨਹੀਂ? ਜੇ ਤੇਰੇ ਕੋਲ WhatsApp ਨਾ ਚੱਲਦਾ ਹੁੰਦਾ ਤਾਂ ਇਹ ਵੀਡੀਓ ਤੇਰੇ ਹੱਥ ਕਦੇ ਵੀ ਨਹੀਂ ਸੀ ਆਉਣੀ। ਯਾਦਵਿੰਦਰ ਨੇ ਮੈਨੂੰ ਉਸ ਦੇ ਨੁਕਤਿਆਂ 'ਤੇ ਚੱਲਣ ਕਾਰਨ ਮਿਲੀ ਪਹਿਲੀ ਵੱਡੀ ਸਫਲਤਾ 'ਤੇ ਥਾਪੀ ਦਿੱਤੀ ਸੀ। ਮੈਂ ਇਹ ਸਬੂਤ ਹੱਥ ਲੱਗ ਜਾਣ ਕਾਰਨ ਬਹੁਤ ਹੀ ਖੁਸ਼ ਸਾਂ। ਕਿਸ਼ਤ 149ਵੀਂ। ਮੈਂ ADC ਨੂੰ ਦੇਣ ਵਾਲਾ ਆਪਣਾ ਜਵਾਬ ਤਿਆਰ ਕਰ ਲਿਆ ਸੀ ਅਤੇ ਦਿੱਤੇ ਗਏ ਦਿਨ ਮੈਂ ਦਫ਼ਤਰ ਖੁੱਲ੍ਹਦੇ ਸਾਰ ਆਪਣਾ ਲਿਖਤੀ ਜਵਾਬ ਲੈ ਕੇ ਉਸ ਦੇ ਦਫ਼ਤਰ ਵਿੱਚ ਪੁੱਜ ਗਿਆ। ਜਦ ਰੀਡਰ ਨੂੰ ਦੱਸਿਆ ਕਿ ਮੈਂ ਫਲਾਣੇ ਨੋਟਿਸ ਦਾ ਜਵਾਬ ਦੇਣ ਆਇਆ ਹਾਂ ਤਾਂ ਉਹ ਬੋਲਿਆ, ਇਹਨਾਂ ਸਭ ਮੁਕੱਦਮਿਆਂ ਬਾਬਤ ਸਾਹਿਬ ਦੀ ਕਚਹਿਰੀ 2 ਵਜੇ ਲੱਗਦੀ ਹੈ, ਇਸ ਲਈ ਤੁਸੀਂ 2 ਵਜੇ ਤੋਂ ਬਾਅਦ ਆਇਓ। ਇਸ ਨਵੀਂ ਕਚਹਿਰੀ ਦੇ ਨਿਯਮਾਂ ਤੋਂ ਮੈਂ ਬਿਲਕੁਲ ਅਣਜਾਣ ਸਾਂ, ਇਸ ਲਈ ਮੈਂ ਵਾਪਸ ਘਰ ਮੁੜ ਆਇਆ ਅਤੇ 2 ਵੱਜਣ ਦਾ ਇੰਤਜ਼ਾਰ ਕਰਨ ਲੱਗ ਪਿਆ। ਠੀਕ 2 ਵਜੇ ਨੂੰ ਮੈਂ ਫਿਰ ਉਸੇ ਥਾਂ ਜਾ ਹਾਜ਼ਰ ਹੋਇਆ ਅਤੇ ਉਸੇ ਰੀਡਰ ਦੇ ਸਾਹਮਣੇ ਆਪਣਾ ਜਵਾਬ ਪੇਸ਼ ਕਰ ਦਿੱਤਾ। ਮੇਰੀ ਫਾਈਲ ਨੂੰ ਵਾਪਸ ਕਰਦਾ ਹੋਇਆ ਉਹ ਆਖਣ ਲੱਗਾ, ਸਾਹਿਬ ਤਾਂ ਅੱਜ ਕਿਸੇ ਮੀਟਿੰਗ 'ਤੇ ਗਏ ਹੋਏ ਨੇ, ਤੁਸੀਂ ਆਪਣਾ ਜਵਾਬ 27 ਤਰੀਕ ਨੂੰ ਲੈ ਕੇ ਆਇਓ। ਮੈਂ ਖਿਝ ਕੇ ਆਖਿਆ, ਤੁਸੀਂ ਤਾਂ 2 ਵਜੇ ਦਾ ਸਮਾਂ ਦਿੱਤਾ ਸੀ, ਹੁਣ ਆਖ ਰਹੇ ਹੋ ਕਿ 27 ਤਰੀਕ ਨੂੰ ਆਇਓ। ਇਹ ਸਭ ਮੈਨੂੰ ਸਵੇਰੇ ਹੀ ਦੱਸ ਦਿੰਦੇ ਤਾਂ ਮੇਰਾ ਗੇੜਾ ਤਾਂ ਨਾ ਲੱਗਦਾ। ਉਹ ਬੜੇ ਰੋਹਬ ਨਾਲ ਬੋਲਿਆ, ਅਫਸਰਾਂ ਨੇ ਮੀਟਿੰਗ ਵਿੱਚ ਕਿਹੜਾ ਸਾਨੂੰ ਦੱਸ ਕੇ ਜਾਣਾ ਹੁੰਦਾ, ਜਿਵੇਂ ਹੁਕਮ ਹੋਈ ਜਾਂਦਾ ਅਸੀਂ ਗਾਂਹ ਦੱਸੀ ਜਾਂਦੇ ਹਾਂ। ਤੂੰ ਕਿਹੜਾ ਇਕੱਲਾ, ਇੱਥੇ ਤੇਰੇ ਵਰਗੇ ਬੜੇ ਹੋਰ ਤੁਰੇ ਫਿਰਦੇ ਆ। ਮੈਂ ਸਮਝ ਗਿਆ ਸਾਂ ਕਿ ਇਸ ਨਾਲ ਬਹਿਸ ਕਰਨ ਦਾ ਅਰਥ ਆਪਣੀ ਬੇਇੱਜ਼ਤੀ ਕਰਵਾਉਣਾ ਹੀ ਹੈ। ਮੈਂ ਚੁੱਪ ਕਰ ਜਾਣ ਵਿੱਚ ਹੀ ਆਪਣੀ ਭਲਾਈ ਸਮਝੀ ਤੇ ਬਾਹਰ ਨੂੰ ਤੁਰ ਪਿਆ। ਬਾਹਰ ਆਉਂਦਿਆਂ ਮੈਨੂੰ ਮੇਰਾ ਇੱਕ ਸਹਿਪਾਠੀ, ਜੋ ਹੁਣ DC ਦਫ਼ਤਰ ਦਾ ਕਰਮਚਾਰੀ ਸੀ, ਮਿਲ ਪਿਆ। ਉਹ ਮੈਨੂੰ ਉੱਥੇ ਆਉਣ ਦਾ ਕਾਰਨ ਪੁੱਛਣ ਲੱਗ ਪਿਆ। ਮੈਂ ਸਾਰੀ ਰਾਮ ਕਹਾਣੀ ਸੁਣਾ ਦਿੱਤੀ। ਉਸ ਮੁਤਾਬਕ ਜੇ ਕੋਈ ਐਮਰਜੈਂਸੀ ਨਹੀਂ ਹੁੰਦੀ ਤਾਂ ਅਧਿਕਾਰੀ ਆਪਣੇ ਸਭ ਕਰਮਚਾਰੀਆਂ ਨੂੰ ਸੂਚਿਤ ਕਰਕੇ ਜਾਂਦੇ ਹਨ ਤਾਂ ਕਿ ਆਮ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ। ਪਰ ਇਸ ਅਧਿਕਾਰੀ ਨੂੰ ਜਨਤਾ ਨੂੰ ਖਰਾਬ ਕਰਨ ਦੇ ਮਾਮਲੇ ਵਿੱਚ ਹਰੀ ਝੰਡੀ ਮਿਲੀ ਹੋਈ ਹੈ। ਹੁਣ ਮੈਨੂੰ ਰੀਡਰ 'ਤੇ ਆਇਆ ਹੋਇਆ ਗੁੱਸਾ ਘਟ ਗਿਆ ਮਹਿਸੂਸ ਹੋਣ ਲੱਗ ਪਿਆ ਸੀ। ਮੈਂ ਆਪਣੀ ਅਗਲੇ 15 ਦਿਨਾਂ ਦੀ ਪਈ ਹੋਈ ਤਰੀਕ ਦੀ ਉਡੀਕ ਕਰਨੀ ਸ਼ੁਰੂ ਕਰ ਦਿੱਤੀ। ਹੁਣ ਮੈਂ ਸਕੂਲੋਂ ਘਰ ਆ ਕੇ ਕਚਹਿਰੀ ਦੇ ਨਾਲ ADC ਦੇ ਦਫ਼ਤਰ ਦੇ ਗੇੜੇ ਲਾਉਣੇ ਵੀ ਸ਼ੁਰੂ ਕਰ ਦਿੱਤੇ ਸਨ। ਮੈਨੂੰ ਉਮੀਦ ਹੀ ਨਹੀਂ, ਪੱਕਾ ਯਕੀਨ ਵੀ ਸੀ ਕਿ ਇਸ ਜਗ੍ਹਾ ਤੋਂ ਮੈਨੂੰ ਨਵੇਂ ਪਏ ਮੁਕੱਦਮੇ ਦਾ ਕੋਈ ਨਾ ਕੋਈ ਹੱਲ ਜ਼ਰੂਰ ਲੱਭ ਪਵੇਗਾ। ਮੈਂ ਉਸ ਦਫ਼ਤਰ ਦੇ ਹਰ ਕਰਮਚਾਰੀ ਨਾਲ ਆਪਣੀ ਜਾਣ ਪਹਿਚਾਣ ਕੱਢ ਲੈਣੀ ਚਾਹੁੰਦਾ ਸਾਂ ਤਾਂ ਕਿ ਉਹ ਇਸ ਮਾਮਲੇ ਵਿੱਚ ਮੇਰੀ ਮਦਦ ਕਰਨ ਤੋਂ ਨਾ ਘਬਰਾਉਣ। ਕਿਸ਼ਤ 150ਵੀਂ। ਮੇਰੀ ਇਸ ਮਿਹਨਤ ਦਾ ਸਿੱਟਾ ਵੀ ਸਾਰਥਕ ਨਿਕਲਿਆ। ਮੈਨੂੰ ਮੇਰੇ ਇੱਕ ਖਾਸ ਬੰਦੇ ਨੇ ਸਭ ਕੁਝ ਦੱਸ ਦਿੱਤਾ ਸੀ ਕਿ ਜਪਨਾਮ ਇਸ ਸ਼ਿਕਾਇਤ ਸੰਬੰਧੀ ਕਰੀਬ 1.5 ਮਹੀਨਾ ਪਹਿਲਾਂ ਅਰਜ਼ੀ ਦੇ ਕੇ ਗਿਆ ਸੀ। ਉਸ ਨੂੰ ਉਮੀਦ ਸੀ ਕਿ ਇਹ ਵਿਭਾਗ ਜਲਦ ਹੀ ਮੈਨੂੰ ਸੰਮਣ ਜਾਰੀ ਕਰ ਦੇਵੇਗਾ। ਉਹ ਹਰ ਦੂਜੇ ਤੀਜੇ ਦਿਨ ਪਿੱਛੋਂ ਆ ਕੇ ਆਪਣੀ ਕੀਤੀ ਹੋਈ ਸ਼ਿਕਾਇਤ ਦੀ ਜਾਣਕਾਰੀ ਲੈਂਦਾ ਰਿਹਾ ਸੀ, ਜਦ ਕਿ ਇਸ ਦਫ਼ਤਰ ਵਿੱਚ ਸਭ ਨੂੰ ਪਤਾ ਸੀ ਕਿ ਉਸ ਦੀ ਸ਼ਿਕਾਇਤ ਵਿੱਚ ਕੋਈ ਵੀ ਦਮ ਨਹੀਂ ਹੈ ਤੇ ਉਸ ਨੂੰ ਕੋਰਾ ਜਵਾਬ ਦੇ ਦਿੱਤਾ ਗਿਆ ਸੀ। ਫਿਰ ਉਸ ਨੇ ਆਪਣਾ SSP ਦਫ਼ਤਰ ਲੱਗੇ ਹੋਣ ਦਾ ਦਬਾਅ ਪਾ ਕੇ ਧੱਕੇ ਨਾਲ ਹੀ ਇਹ ਨੋਟਿਸ ਮੈਨੂੰ ਜਾਰੀ ਕਰਵਾਇਆ ਸੀ। ਘਰ ਆ ਕੇ ਜਦ ਮੈਂ ਜਪਨਾਮ ਦੁਆਰਾ ਕੀਤੀ ਗਈ ਸ਼ਿਕਾਇਤ ਅਤੇ
ਮੈਨੂੰ ਜਾਰੀ ਹੋਏ ਨੋਟਿਸ ਦੀਆਂ ਤਰੀਕਾਂ ਦਾ ਮਿਲਾਨ ਕੀਤਾ ਤਾਂ ਮੈਨੂੰ ਉਪਰੋਕਤ ਕਹਾਣੀ ਸੱਚੀ ਜਾਪਣ ਲੱਗ ਪਈ ਸੀ। ਇੱਕ ਦਿਨ ਇੱਕ ਪਾਰਟੀ ਵਿੱਚ ਪੀਂਦੇ ਖਾਂਦੇ ਹੋਏ ਮੈਂ ਇਹ ਕਹਾਣੀ ਪਰਮਿੰਦਰ ਖਹਿਰਾ ਨੂੰ ਦੱਸ ਬੈਠਾ। ਵਕੀਲਾਂ ਤੋਂ ਵੀ ਵੱਧ ਦਿਮਾਗ ਰੱਖਣ ਵਾਲਾ ਸਾਡਾ ਕਲਰਕ ਟੱਲੀ ਹੋਇਆ ਬੋਲਣ ਲੱਗ ਪਿਆ। ਤੂੰ ਆਖਦਾ ਕਿ ਉਸ ਅਰਜੀ 'ਤੇ 1.5 ਮਹੀਨਾ ਪਹਿਲਾਂ ਦੀ ਤਰੀਕ ਪਾਈ ਹੋਈ ਆ। ਭਾਵੇਂ ਅੱਜ ਅਰਜੀ ਲਿਖ ਕੇ 5 ਸਾਲ ਪਹਿਲਾਂ ਦੀ ਤਰੀਕ ਪਾ ਲੈ, ਅਗਲਿਆਂ ਨੇ ਆਖ ਹੀ ਦੇਣਾ ਕਿ ਇਸ ਸ਼ਿਕਾਇਤ ਦੀ ਜਾਂਚ ਕਰਨ 'ਤੇ ਅਸੀਂ 1.5 ਮਹੀਨਾ ਲਾ ਦਿੱਤਾ ਹੈ ਅਤੇ ਇਹ ਸ਼ਿਕਾਇਤ ਸਹੀ ਪਾਈ ਗਈ ਹੈ। ਇਸ ਲਈ ਕ੍ਰਿਸ਼ਨ ਪ੍ਰਤਾਪ 'ਤੇ ਕੇਸ ਦਰਜ ਕਰੋ ਜੀ। ਕਲਰਕਾਂ ਬਾਰੇ ਤੈਨੂੰ ਪਤਾ ਹੈ, ਇਹ ਚਿੱਟੇ ਹੋਣ ਜਾਂ ਕਾਲੇ, ਸਾਲੇ ਕਰਦੇ ਘਾਲੇ ਮਾਲੇ। ਮੈਨੂੰ ਉਸ ਦੀ ਦਲੀਲ ਇੰਨੀ ਜਚੀ ਕਿ ਡਰ ਨਾਲ ਮੇਰੀ ਸਾਰੀ ਪੀਤੀ ਹੋਈ ਲਹਿ ਗਈ ਸੀ। ਭਾਵੇਂ ਕਿ ਉਸ ਵਕਤ ਮੈਨੂੰ ਉਸ ਦੀਆਂ ਬਹੁਤੀਆਂ ਗੱਲਾਂ ਸੁਣੀਆਂ ਵੀ ਨਹੀਂ ਸਨ, ਪਰ ਜਦ ਅੱਧੀ ਰਾਤ ਨੂੰ ਮੇਰੀ ਅੱਖ ਖੁੱਲ੍ਹੀ ਤਾਂ ਨਸ਼ਾ ਪੂਰੀ ਤਰ੍ਹਾਂ ਲਹਿ ਚੁੱਕਾ ਸੀ ਅਤੇ ਮੈਨੂੰ ਉਸ ਦੀਆਂ ਗੱਲਾਂ ਯਾਦ ਆਉਣ ਲੱਗ ਪਈਆਂ ਸਨ। ਅਚੇਤ ਮਨ ਨੂੰ ਇਹ ਠੀਕ ਵੀ ਜਾਪਣ ਲੱਗ ਪਈਆਂ ਸਨ। ਮੈਨੂੰ ਉਸ ਦੇ ਬੋਲ ਯਾਦ ਆਉਣ ਲੱਗੇ, ਓਏ ਜਿਹੜਾ ਇਹ SSP ਦਫ਼ਤਰ ਆ ਅਤੇ ADC ਦਫ਼ਤਰ ਇਹ ਇੱਕੋ ਇਮਾਰਤ ਵਿੱਚ ਆ। ਇਸ ਲਈ ਆਮ ਤੌਰ 'ਤੇ ਉਹਨਾਂ ਕਰਮਚਾਰੀਆਂ ਦੀ ਇੱਕ ਹੀ ਗੱਲ ਹੁੰਦੀ ਆ, ਉਹਨਾਂ ਨੂੰ ਇੱਕ ਦੂਜੇ ਤੱਕ ਆਏ ਦਿਨ ਜ਼ਰੂਰਤ ਪਈ ਰਹਿੰਦੀ ਆ ਅਤੇ ਨਾਲੇ ਉਹਨਾਂ ਨੇ ਇੱਕ ਮਾਸਟਰ ਤੋਂ ਕੀ ਲੈਣਾ ਜਿਹੜਾ ਉਸ ਦੀ ਖਾਤਰ ਉਹ ਆਪਣੇ ਭਾਈਚਾਰੇ ਨਾਲ ਵਿਗਾੜ ਲੈਣ। ਸ਼ਿਕਾਇਤ 'ਤੇ ਪਿਛਲੀ ਤਰੀਕ ਮੁਕੱਦਮੇ ਨੂੰ ਮਜ਼ਬੂਤ ਕਰਨ ਲਈ ਹੀ ਪਾਈ ਗਈ ਆ। ਮੈਂ ਆਪਣੇ ਬਿਸਤਰੇ ਵਿੱਚ ਪਿਆ ਹੋਇਆ ਉਸਲ ਵੱਟੇ ਲੈਂਦਾ ਰਿਹਾ ਸੀ।